ਕੁਦਰਤ ਦੇ ਕਾਦਰ ਦੀਆਂ ਰਮਜ਼ਾਂ ਨੂੰ ਜਾਣਨ ਹਾਰ ਧੰਨ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੀ ਮਹਾਨ ਸ਼ਖਸੀਅਤ ਅੱਗੇ ਸਿਰ ਝੁਕਾਉਣ ਵਾਲਿਓ, ਆਓ ਗੁਰੂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਚੰਦਨ ਦਾ ਦਰਖਤ ਆਪਣੀ ਸੁਗੰਧ ਦੂਰ ਦੂਰ ਤੱਕ ਵੰਡਦਾ ਹੈ, ਤੇ ਜਿਹੜੇ ਉਹਨਾਂ ਦੇ ਚੰਦਨ ਦੇ ਨੇੜੇ ਦਰਖਤ ਨੇ, ਉਹਨਾਂ ਨੂੰ ਵੀ ਆਪਣੇ ਖੂਬੀਆਂ, ਆਪਣੇ ਗੁਣਾਂ, ਆਪਣੀ ਸੁਗੰਧ ਦਾ ਵਾਰਸ ਬਣਾ ਦਿੰਦਾ ਹੈ। ਸਵਾਏ ਇੱਕ ਬਾਂਸ ਦੇ ਦਰਖਤ ਤੋਂ ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਸਾਰੇ ਸਮਾਜ ਨੂੰ ਸੁਗੰਧਿਤ ਕਰਨ ਦੇ ਲਈ, ਗੁਣਾਂ ਦੀ ਮੁਕਰੰਦ ਦੇਣ ਦੇ ਲਈ, ਜ਼ਿੰਦਗੀ ਦੀ ਖੂਬਸੂਰਤੀ ਸਥਾਪਿਤ ਕਰਨ ਦੇ ਲਈ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੇ ਭੇਜੇ ਹੋਏ ਇਸ ਮੌਕੇ ਸੁਲਤਾਨਪੁਰ ਲੋਧੀ ਦੀ ਧਰਤੀ ਉੱਤੇ ਮੋਦੀ ਦੀ ਕਾਰ ਕਰ ਰਹੇ। ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਖਸੀਅਤ, ਉਹਨਾਂ ਨੂੰ ਜੋ ਵੀ ਸਮਾਜ ਦਾ ਪ੍ਰਾਣੀ ਨੇੜਿਓਂ ਦੇਖਦਾ ਹੋਏਗਾ, ਉਹਦੇ ਉੱਤੇ ਕਿੰਨਾ ਪ੍ਰਭਾਵ ਪੈਂਦਾ ਹੋਏਗਾ, ਸ਼ਾਇਦ ਅਸੀਂ ਅੰਦਾਜ਼ਾ ਲਾਉਣ ਤੋਂ ਵੀ ਅਸਮਰੱਥ। ਕਈ ਵਾਰ ਮਨ ਦੇ ਅੰਦਰ ਖਿਆਲ ਆਉਂਦਾ ਹੈ, ਅੱਜ ਸਿੱਖ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਤੇ ਕਰੇ ਜਾਂ ਉਹਨਾਂ ਦੇ 10 ਜਾਮਿਆਂ ਦੀ ਗੱਲ ਤੇ ਕਰੇ, ਪਰ ਉਹ ਜਿਹੜੀ ਗੱਲ ਹੈ ਕਿਤੇ ਨਾ ਕਿਤੇ ਸਾਡੇ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਸਮਝ ਕੇ, ਉਹਨਾਂ ਦੀ ਵਡੱਤਣ ਨੂੰ ਆਪਣੇ ਅੰਦਰ ਉਤਾਰ ਕੇ, ਉਹਨਾਂ ਦੀ ਸ਼ਖਸੀਅਤ ਦਾ ਜੋ ਮੂਲ ਪ੍ਰਭਾਵ ਹੈ ਉਹਨੂੰ ਕਬੂਲਣ ਵਾਲੀ ਜੋ ਸਾਡੇ ਅੰਦਰ ਸਾਡੀ ਅਵਸਥਾ ਹੋਣੀ ਚਾਹੀਦੀ ਹੈ, ਉੱਥੋਂ ਤੱਕ ਟਾਵੀਆਂ ਟਾਵੀਆਂ ਰੂਹਾਂ ਹੀ ਭਾਵੇਂ ਆਪਣੇ ਲੈ ਕੇ ਜਾਣ ਲਈ ਪ੍ਰਵਾਨ ਚੜ੍ਹਦੀਆਂ ਹੋਣ, ਪਰ ਬਹੁ ਗਿਣਤੀ ਸਾਡੇ ਵਰਗੇ ਜਨ ਸਧਾਰਨ ਵਿਅਕਤੀਆਂ ਦੀ ਜਿਹੜੇ ਅਸੀਂ ਬਾਰ ਬਾਰ ਦੇਖਣ ਦਾ ਯਤਨ ਕਰਦੇ ਹਾਂ। ਗੁਰੂ ਦੀ ਸ਼ਖਸੀਅਤ ਦੇ ਅੰਦਰ ਉਤਰਨ ਦੇ ਲਈ ਆਪਣੇ ਅੰਦਰ ਜੋ ਜਗਿਆਸੂ ਬਿਰਤੀ ਚਾਹੀਦੀ ਹੈ, ਉਹਨੂੰ ਅਸੀਂ ਵਾਹਿਗੁਰੂ ਜੀ ਦੀ ਕਿਰਪਾ ਨਾਲ, ਗੁਰੂ ਦੀ ਮਿਹਰ ਸਦਕਾ ਉਸ ਰੂਪ ਦੇ ਵਿੱਚ ਕਿੰਨਾ ਕੁ ਪੈਦਾ ਕਰ ਪਾਏ ਹਾਂ, ਇਹ ਤਾਂ ਹਰ ਵਿਅਕਤੀ ਆਪਣੇ ਆਪੇ ਦੀ ਗੱਲ ਆਪ ਕਰ ਸਕਦਾ ਹੈ। ਦੂਜਾ ਕਰੇਗਾ ਤਾਂ ਠੀਕ ਤਰ੍ਹਾਂ ਦਾ ਨਿਰਣਾ ਨਹੀਂ ਦਿੱਤਾ ਜਾ ਸਕਦਾ। ਹੁਣ ਮੋਦੀ ਖਾਨੇ ਦੇ ਉੱਤੇ ਬੈਠੇ ਨੇ ਗੁਰੂ ਨਾਨਕ ਜੀ, ਕਿੱਡਾ ਵੱਡੇ ਭੀੜ ਲੱਗਦੀ ਹੋਏਗੀ, ਕਿੱਥੋਂ ਕਿੱਥੋਂ ਲੋਕ ਆਉਂਦੇ ਹੋਣਗੇ। ਗੁਰੂ ਨਾਨਕ ਜੀ ਦੇ ਇੱਥੇ ਜ਼ਿੰਮੇਵਾਰੀ ਸੰਭਾਲਣ ਦੀ ਹੁਣ ਚਰਚਾ ਪੂਰੀ ਰਿਆਸਤ ਦੇ ਅੰਦਰ ਜਿਹੜੀ ਹੈ, ਉਹ ਲੋਕ ਉਹਨਾਂ ਦੇ ਸੁਭਾਅ ਨੂੰ ਦੇਖ ਕੇ, ਉਹਨਾਂ ਦੇ ਕੰਮ ਕਰਨ ਦੇ ਢੰਗ ਨੂੰ ਦੇਖ ਕੇ, ਉਹਨਾਂ ਦੇ
ਅਦਬ ਭਰੇ ਬੋਲਾਂ ਨੂੰ ਦੇਖ ਕੇ ਆਪਣੇ ਆਪ ਬੇਮਹਾਰੇ ਕਰ ਰਹੇ ਨੇ ਕਿ ਜਿਹੜਾ ਮੋਦੀ ਹੈ ਇਹ ਬਹੁਤ ਕਮਾਲ ਦੀ ਸ਼ਖਸੀਅਤ ਦਾ ਮਾਲਕ ਹੈ। ਚਰਚਾ ਕਰਨ ਵਾਲਿਆਂ ਦੇ ਵਿੱਚ ਇਸਲਾਮ ਨਾਲ ਜੁੜੇ ਹੋਏ ਲੋਕ ਵੀ ਨੇ, ਹਿੰਦੂ ਸਮਾਜ ਨਾਲ ਜੁੜੇ ਹੋਏ ਲੋਕ ਵੀ ਨੇ। ਇਹ ਦੋ ਹੀ ਮਜ਼ਹਬੀ ਭਾਈਚਾਰੇ ਨੇ ਉਸ ਸਮੇਂ ਵਿੱਚ ਜਿਹੜੇ ਭਾਰਤ ਦੇਸ਼ ਦੇ ਅੰਦਰ ਆਬਾਦ ਨੇ। ਇਹਨਾਂ ਦੋ ਮਜ਼ਹਬੀ ਭਾਈਚਾਰਿਆਂ ਦੇ ਵਿੱਚ ਹੀ ਇਹਨਾਂ ਦੇ ਆਪਣੇ ਆਗੂ ਨੇ, ਜਿਨ੍ਹਾਂ ਦੇ ਆਪੋ ਆਪਣਾ ਨਜ਼ਰੀਆ ਆਪਣੇ ਪ੍ਰਤੀ ਵੀ ਹੈ, ਦੂਜੇ ਪ੍ਰਤੀ ਵੀ ਹੈ, ਅਤੇ ਧੰਨ ਗੁਰੂ ਨਾਨਕ ਦੇ ਪ੍ਰਤੀ ਵੀ। ਇੱਥੇ ਸੁਣ ਕੇ ਜਾਂ ਕੋਈ ਵੇਖ ਕੇ ਬਣਾਉਣ ਦਾ ਯਤਨ ਕਰ ਰਹੇ। ਤੀਜਾ ਭਾਈਚਾਰਾ ਉਸ ਮੌਕੇ 'ਤੇ ਇੱਕ ਹੋਰ ਹੈ, ਉਹ ਹੈ ਯੋਗ ਮਤ ਦਾ ਭਾਈਚਾਰਾ। ਉਹ ਆਮ ਸਮਾਜ ਵਿੱਚ ਹੈ ਨਹੀਂ, ਕਿਧਰੇ ਬਹੁਤ ਘੱਟ ਕੋਈ ਪੁੱਲਿਆ ਭਟਕਿਆ। ਹੁਣ ਨੇੜੇ ਤੇੜੇ ਦੇ ਇਲਾਕੇ ਦੇ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਇਸ ਕਿਰਤ ਦੀ ਗੱਲ ਇਹ ਬੜੀ ਖੂਬਸੂਰਤੀ ਦੇ ਨਾਲ ਲੋਕਾਂ ਦੇ ਅੰਦਰ ਚਰਚਾ ਦਾ ਹਿੱਸਾ ਬਣ ਕੇ ਸਭ ਨੂੰ ਗੁਰੂ ਨਾਨਕ ਜੀ ਪ੍ਰਤੀ ਸਤਿਕਾਰ ਦੇ ਨਾਲ ਭਰ ਰਹੀ ਹੈ। ਉਹਨਾਂ ਦੇ ਸੁਭਾਅ ਦੀਆਂ ਗੱਲਾਂ ਲੋਕ ਜ਼ਬਾਨਾਂ ਦੇ ਉੱਤੇ ਚੱਲ ਰਹੀਆਂ ਨੇ। ਖਾਸ ਤੌਰ 'ਤੇ ਜਿਹੜਾ ਉਹਨਾਂ ਦਾ ਸੁਭਾਅ ਹੈ, ਜਦੋਂ ਕੋਈ ਜ਼ਰੂਰਤਮੰਦ ਆਉਂਦਾ ਹੈ, ਲੋੜਵੰਦ ਆਉਂਦਾ ਹੈ, ਸਮਰੱਥਾਹੀਣ ਆਉਂਦਾ ਹੈ, ਤਾਂ ਉੱਥੇ ਉਹ ਉਹਦੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ ਉਦਾਰਤਾ ਦਿਖਾਉਂਦੇ ਨੇ। ਬਿਨਾਂ ਪੈਸਿਆਂ ਤੋਂ ਉਸ ਦੀ ਲੋੜ ਪੂਰੀ ਕਰਦੇ ਨੇ। ਇਤਿਹਾਸ ਨੇ ਇੱਕ ਗੱਲ ਇੱਥੇ ਬੜੀ ਹੋਰ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਨਾਲ ਜੋੜ ਕੇ ਸਾਡੇ ਤੱਕ ਪਹੁੰਚਾਈ। ਉਹ ਹੈ ਕਿ ਗੁਰੂ ਨਾਨਕ ਜੀ ਕਿਰਤ ਤੋਂ ਵਿਹਲਿਆਂ ਹੋ ਕੇ ਸਤਸੰਗੀ ਮਾਹੌਲ ਬਣਾ ਲਿਆ। ਇੱਥੇ ਖੁਦਾਈ ਪਿਆਰ ਵਾਲੀਆਂ ਰੂਹਾਂ ਗੁਰੂ ਨਾਨਕ ਜੀ ਦੇ ਚਗਿਰਦੇ ਦੇ ਅੰਦਰ ਹੁਣ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ। ਗੁਰੂ ਜੀ ਦੇ ਆਸੇ ਪਾਸੇ ਰੱਬੀ ਰੰਗ ਵਾਲੇ, ਖੁਦਾਈ ਪਿਆਰ ਵਾਲੇ, ਥੋੜ੍ਹਾ ਥੋੜ੍ਹਾ ਕਰਕੇ ਇੱਕ ਕਾਫਲਾ ਸਤਸੰਗੀ ਮਾਹੌਲ ਇੱਥੇ ਉਤਪੰਨ ਹੋਣਾ ਸ਼ੁਰੂ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦਾ ਪਾਵਨ ਬਚਨ ਹੈ, ਜਿੱਥੇ ਜਾਏ ਬਹੀਏ ਤਿੱਥੇ ਭਲਾ ਕਈ, ਛੋਲੇ ਅੰਮ੍ਰਿਤ ਪੀਜੈ। ਹੁਣ ਗੁਰੂ ਨਾਨਕ ਜੀ ਇੱਥੇ ਕਿਰਤ ਦੇ ਨਾਲ ਨਾਲ ਇਹ ਭਲੇ ਦੇ ਬੋਲਾਂ ਨੂੰ ਜਦੋਂ ਬੋਲਦੇ ਨੇ, ਕਿਸੇ ਦੀ ਮਦਦ ਕਰਦੇ ਨੇ, ਹਰ ਬੋਲ ਦੇ ਨਾਲ ਧੰਨ ਨਿਰੰਕਾਰ ਦੀ ਧੁਨ ਚੱਲਦੀ ਹੈ। ਜਾਂ ਗੁਰੂ ਨਾਨਕ ਜੀ ਦੇ ਮੁਖਾਰ ਬਿੰਦ ਵਿੱਚੋਂ ਖੁਦਾਈ ਅਜਲੀ ਬੋਲ ਨਿਕਲਦੇ ਨੇ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਤਲਵੰਡੀ ਰਾਏ ਭੋਏ ਤੋਂ ਲੈ ਕੇ ਇੱਕ ਗੱਲ ਇਤਿਹਾਸ ਦੇ ਲੇਖਕਾਂ ਨੇ ਬੜੀ ਮਾਣ ਨਾਲ ਲਿਖੀ ਹੈ
ਗੁਰੂ ਨਾਨਕ ਜੀ ਜਿੱਥੇ ਵੀ ਬੈਠਦੇ ਨੇ, ਉੱਥੇ ਜਾਂ ਚੱਲਦੇ ਨੇ, ਤੁਰਦੇ ਨੇ, ਫਿਰਦੇ ਨੇ, ਉਹ ਤੂੰ ਹੀ ਦੀ ਧੁਨ ਵਿੱਚ ਆਪਣੇ ਆਪੇ ਨੂੰ ਖੋ ਲੈਂਦੇ ਨੇ। ਇੱਕ ਤੂੰ ਹੀ ਨਿਰੰਕਾਰ ਦੀ ਧੁਨ ਉਹਨਾਂ ਦੇ ਅੰਦਰੋਂ ਤੂੰ ਪਾਉਣ ਵਾਲੀ ਅਵਸਥਾ ਦੇ ਵਿੱਚ ਬੁਲੰਦ ਹੁੰਦੀ। ਇਹ ਦੁਨੀਆਦਾਰਾਂ ਦੇ ਵਾਸਤੇ ਬੜੀ ਖਿੱਚ ਭਰੀ ਹੈ। ਮਜ਼ਹਬੀ ਅਕੀਦਤ ਵਾਲਿਆਂ ਵਾਸਤੇ ਨਵੇਂ ਬੋਲ ਨੇ, ਆਮ ਬੰਦੇ ਦੇ ਵਾਸਤੇ ਇਹਨਾਂ ਵਿੱਚ ਜੋ ਉਹਦੇ ਪ੍ਰਤੀ ਪ੍ਰਭਾਵ ਹੈ ਉਹ ਬੜੇ ਕਮਾਲ ਦੇ ਦਰਜੇ ਦਾ ਹੈ। ਹੁਣ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਮੋਦੀ ਖਾਨੇ ਦੀ ਕਿਰਤ ਕਰਦਿਆਂ ਗੁਰੂ ਨਾਨਕ ਜੀ ਨੇ ਇਹ ਸਤਸੰਗੀ ਵਾਤਾਵਰਨ ਜਿਹੜਾ ਹੈ, ਰੱਬੀ ਪਿਆਰ ਵਿੱਚ ਮਿਲ ਕੇ ਬਹਿ ਜਾਣਾ, ਰੱਬੀ ਪਿਆਰ ਵਿੱਚ ਬਹਿ ਕੇ ਰੱਬ ਜੀ ਦੀਆਂ ਬਾਤਾਂ ਪਾਉਣੀਆਂ, ਪਰਮੇਸ਼ਰ ਜੀ ਦੀਆਂ ਗੱਲਾਂ ਕਰਨੀਆਂ, ਵਾਹਿਗੁਰੂ ਦੇ ਗੁਣਾਂ ਖੂਬੀਆਂ ਦੀ ਬਾਤ ਪਾਉਣੀ, ਇਹ ਵਾਤਾਵਰਨ ਧੰਨ ਗੁਰੂ ਨਾਨਕ ਜੀ ਨੇ ਸਿਰਜ ਲਿਆ। ਹੁਣ ਮੋਦੀ ਖਾਨੇ ਦੀ ਕਾਰ ਵੀ ਨਿਰੰਤਰ ਚੱਲ ਰਹੀ ਹੈ, ਅੰਮ੍ਰਿਤ ਵੇਲੇ ਦੀ ਸੰਭਾਲ ਵੀ ਹੋ ਰਹੀ ਹੈ। ਹੁਣ ਸਤਸੰਗੀ ਵਾਤਾਵਰਨ ਵੀ ਬਣ ਗਏ ਤੇ ਦੇਰ ਤੱਕ ਗੁਰੂ ਨਾਨਕ ਜੀ ਆਪ ਮਸਤ ਹੋ ਰੱਬ ਜੀ ਨਾਲ, ਕਰਤਾ ਪੁਰਖ ਜੀ ਨਾਲ ਸੁਰਤਾਂ ਦਾ ਸੰਬੰਧ ਵੀ ਬਣਾ ਕੇ ਰੱਖਦੇ ਨੇ। ਸੋ ਇੱਥੇ ਰਹਿੰਦੇ ਆ, ਅਗਲਾ ਕਿਹੜਾ ਪ੍ਰਭਾਵ ਸਮਾਜ ਦੇ ਉੱਤੇ ਪੈਂਦਾ ਹੈ ਉਹਦੀ ਚਰਚਾ ਆਪਾਂ ਅਗਾਂਹ ਚੱਲ ਕੇ ਕਰ ਰਹੇ ਹਾਂ। ਭੁੱਲਾਂ ਲਈ ਮਾफ़ੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ